नमस्कार। खास खबर एक नज़र प्रोग्राम देख रहे सारे दर्शकों का गौरव बाली वालों हार्दिक स्वागत। प्रोग्राम में चर्चा करांगे जी कुछ उन्हां खास खबरां दी जिहड़ियां बड़ियां ने अखबारां दीयां सुर्खियां, जाणांगे इन्हां दे कुछ अहम पहलू जिस विच साथ देणगे साडे अज दे माहिर मेहमान सीनियर पत्रकार श्री राजीव भास्कर जी। भास्कर जी बहुत स्वागत प्रोग्राम विच। धन्यवाद जी। ਤੇ ਬਿਨਾਂ ਹੋਰ ਸਮਾਂ ਲੈਂਦੇ ਹੋਇਆ ਰੁਕ ਕਰਾਂਗੇ ਅੱਜ ਦੀ ਪਹਿਲੀ ਖਬਰ ਦਾ, ਜਿਹੜਾ ਕਿ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਨਾਮ ਇੱਕ ਸੰਬੋਧਨ ਕੀਤਾ, ਜਿਸ ਵਿੱਚ ਉਹਨਾਂ ਨੇ ਕੋਵਿਡ ਸੰਕਟ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜੂਝਣ ਲਈ ਔਰ ਬਹੁਤ ਸਾਰੇ ਲੋਕਾਂ ਨੂੰ ਇੱਕ ਆਰਥਿਕ ਮਦਦ ਦੇਣ ਲਈ ਦੇਸ਼ ਨੂੰ ਆਤਮ ਨਿਰਭਰ ਦਾ ਸੰਕਲਪ ਲੈਂਦਿਆਂ 20 ਲੱਖ ਕਰੋੜ ਦਾ ਜਿਹੜਾ ਉਹਨਾਂ ਨੇ ਪੈਕੇਜ ਐਲਾਨੇ। ਇਸ ਬਾਰੇ ਕੀ ਕਹਿਣਾ ਚਾਹੁੰਦੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਦੋਂ ਸਵੇਰੇ ਕੱਲ੍ਹ ਅਨਾਉਂਸ ਹੋਇਆ ਕਿ ਅੱਜ ਰਾਤੀ 8 ਵਜੇ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ ਤੇ ਲੋਕਾਂ ਦੇ ਵਿੱਚ ਇਹ ਬੜੀ ਐਕਸਪੈਕਟੇਸ਼ਨ ਸੀਗੀ, ਕਿਉਂਕਿ ਲੋਕਡਾਊਨ 17 ਮਈ ਤੱਕ ਤੇ ਹੈਗਾ ਹੀ, 18 ਮਈ ਨੂੰ ਨਵਾਂ ਕੋਈ ਲੋਕਡਾਊਨ ਹੋਣਾ ਹੈ ਜਾਂ ਨਹੀਂ ਹੋਣਾ ਹੈ ਉਹਦੇ ਪ੍ਰਤੀ ਅਨਾਉਂਸਮੈਂਟ ਹੋਣੀ ਸੀ। ਕੁਝ ਆਰਥਿਕ ਪੈਕੇਜ ਦੀ ਵੀ ਉਮੀਦ ਸੀਗੀ ਤੇ ਕੁਝ ਲੋਕਡਾਊਨ ਦੀ ਸ਼ਰਤਾਂ ਕੀ ਹੋਣਗੀਆਂ ਇਹਦਾ ਵੀ ਅੰਦਾਜ਼ ਲਗਾਇਆ ਜਾ ਰਿਹਾ ਸੀ ਲੋਕਾਂ ਵਾਸਤੇ ਕਿ ਵੀ ਕੋਈ ਨਾ ਕੋਈ ਚੀਜ਼ ਨਵੀਂ ਅਨਾਉਂਸ ਕਰਨਗੇ। ਔਰ ਪ੍ਰਧਾਨ ਮੰਤਰੀ ਜਿੱਦਾਂ ਹੀ ਕੱਲ੍ਹ 8 ਵਜੇ ਉਹਨਾਂ ਦਾ ਭਾਸ਼ਣ ਸ਼ੁਰੂ ਹੋਇਆ, 8 ਵਜੇ ਉਹਨਾਂ ਨੇ ਇੱਕ ਵੱਡੀ ਅਨਾਉਂਸਮੈਂਟ ਇਹ ਕੀਤੀ ਕਿ 20 ਲੱਖ ਕਰੋੜ ਦਾ ਆਰਥਿਕ ਪੈਕੇਜ ਉਹਨਾਂ ਨੇ ਦੇਸ਼ ਨੂੰ ਸਮਰਪਿਤ ਕਰਨ ਦੀ ਗੱਲ ਕੀਤੀ। ਹਾਲਾਂਕਿ ਉਸ ਆਰਥਿਕ ਪੈਕੇਜ ਦੇ ਵਿੱਚ ਕਿਸ ਵਰਗ ਵਾਸਤੇ ਕੀ ਚੀਜ਼ਾਂ ਹੋਣਗੀਆਂ ਉਹਦਾ ਤੇ ਉਹਨਾਂ ਨੇ ਐਲਾਨ ਨਹੀਂ ਕੀਤਾ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅੱਜ ਤੋਂ ਯਾਨੀ ਬੁੱਧਵਾਰ ਤੋਂ ਜਿਹੜੀ ਫਾਈਨੈਂਸ ਮਿਨਿਸਟਰ ਹੈਗੀ ਹੈ ਉਹ ਇਸ ਗੱਲ ਦੀ ਅਨਾਉਂਸਮੈਂਟ 4 ਦਿਨਾਂ ਤੱਕ ਲਗਾਤਾਰ ਕਿਸ ਵਰਗ ਵਾਸਤੇ ਕੀ ਆਰਥਿਕ ਪੈਕੇਜ ਹੈ ਜਾਂ ਕਿਸ ਤਰੀਕੇ ਦਾ ਬੈਨੀਫਿਟ ਕਿਸ ਵਰਗ ਨੂੰ ਮਿਲੇਗਾ ਉਹਦਾ ਖੁਲਾਸਾ ਅੱਜ ਤੋਂ ਸ਼ੁਰੂ ਹੋਏਗਾ। ਔਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ 17 ਮਈ ਤੋਂ ਬਾਅਦ ਜਦ 18 ਮਈ ਸ਼ੁਰੂ ਹੋਏਗੀ ਲੋਕਡਾਊਨ ਰਹੇਗਾ, ਪਰ ਉਹ ਨਵੇਂ ਰੰਗ ਤੇ ਰੂਪ ਵਿੱਚ ਹੋਏਗਾ, ਯਾਨੀ ਕੁਝ ਸ਼ਰਤਾਂ ਉਹਦੀ ਵਧਣਗੀਆਂ ਕੁਝ ਘਟਣਗੀਆਂ ਤੇ ਉਸ ਲੋਕਡਾਊਨ ਦਾ ਰੰਗ ਰੂਪ ਕੀ ਹੋਏਗਾ ਇਹਦੀ ਅਨਾਉਂਸਮੈਂਟ ਵੀ ਸ਼ਾਇਦ 17 ਤਰੀਕ ਨੂੰ ਹੀ ਹੋਣ ਦੀ ਉਮੀਦ ਹੈਗੀ ਹੈ। ਪਰ ਉਹ 20 ਲੱਖ ਕਰੋੜ ਦਾ ਪੈਕੇਜ ਉਹਦੇ ਵਿੱਚ ਜਿਹੜਾ ਹੁਣੇ ਤੱਕ RBI ਨੇ ਔਰ ਦੂਜੀ ਮੰਤਰਾਲਿਆਂ ਨੇ ਜੋ ਅਨਾਉਂਸ ਕਰਤਾ ਹੈ ਉਹ ਉਹਦੇ 'ਚ ਇਨਕਲੂਡ ਹੈਗਾ। ਉਹ ਤਕਰੀਬਨ 7.5 ਲੱਖ ਕਰੋੜ ਦਾ ਪੈਕੇਜ ਆਲਰੇਡੀ ਹੈਗਾ, ਯਾਨੀ ਅਸੀਂ ਕਹੀਏ ਕਿ 13 ਲੱਖ ਕਰੋੜ ਰੁਪਏ ਦਾ ਤਕਰੀਬਨ ਫਰੈਸ਼ ਪੈਕੇਜ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਸਟਰਕਸ਼ਨਸ ਦੇ ਨਾਲ ਨਿਰਮਲਾ ਸੀਤਾਰਮਨ ਉਹਨਾਂ ਅੱਜ ਤੋਂ ਅਨਾਉਂਸ ਕਰਨਾ ਸ਼ੁਰੂ ਹੋਣਗੇ। ਹੁਣ ਕਿਸ ਵਰਗ ਵਾਸਤੇ ਕੀ ਹੋਏਗਾ, ਪਰ ਪ੍ਰਧਾਨ ਮੰਤਰੀ ਨੇ ਆਪਣੀ ਸਪੀਚ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਕਲੀਅਰ ਕੀਤਾ ਕਿ ਜਿਹੜਾ ਉਹ ਅਸੰਗਠਿਤ ਖੇਤਰ ਹੈਗਾ ਯਾਨੀ ਅਨਆਰਗੇਨਾਈਜ਼ਡ ਸੈਕਟਰ, ਖਾਸ ਕਰਕੇ ਜਿੰਨੇ ਵੀ ਸੂਬਿਆਂ ਨੇ ਹਜੇ ਤੱਕ ਅਨਾਉਂਸਮੈਂਟ ਕੀਤੀ ਹੈ ਉਹ ਕਹਿੰਦੇ ਕਿ ਰਜਿਸਟਰਡ ਲੇਬਰਰ ਹੋਣਗੇ, ਕੰਸਟਰਕਸ਼ਨ ਲੇਬਰਰ ਹੋਣਗੇ ਜਾਂ ਜਿਨ੍ਹਾਂ ਦਾ ਡਾਟਾ ਉਹਨਾਂ ਕੋਲ ਹੈਗਾ ਨੀਲੇ ਕਾਰਡ ਵਾਲੇ ਹੋਣਗੇ, ਪੀਲੇ ਕਾਰਡ ਵਾਲੇ ਹੋਣਗੇ। ਯਾਨੀ ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਲੋਕਾਂ ਦੇ ਵਿੱਚ ਇਹ ਰੋਸ਼ ਸੀਗਾ ਕਿ ਅਸੀਂ ਤਾਂ ਕਿਸੇ ਜਗ੍ਹਾ ਰਜਿਸਟਰਡ ਹੈ ਨਹੀਂ, ਗਰੀਬ ਅਸੀਂ ਵੀ ਹਾਂ, ਸਾਨੂੰ ਵੀ ਪੈਸੇ ਦੀ ਕਰੋਨਾ ਦੀ ਮਾਰ ਪੈ ਰਹੀ ਹੈ, ਪਰ ਸਰਕਾਰਾਂ ਸਾਡੇ ਵਾਸਤੇ ਕੁਝ ਨਹੀਂ ਕਰ ਰਹੀ ਕਿਉਂਕਿ ਅਸੀਂ ਰਜਿਸਟਰਡ ਨਹੀਂ ਹੈਗੇ। ਪਰ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਕੱਲ੍ਹ ਕਲੈਰੀਫਾਈ ਕੀਤਾ ਕਿ ਅਨਰਜਿਸਟਰਡ ਸੈਕਟਰ ਵੀ ਜਾਂ ਅਸੰਗਠਿਤ ਖੇਤਰ ਵੀ ਉਹਨਾਂ ਨੂੰ ਵੀ ਇਸ ਪੈਕੇਜ ਦਾ ਲਾਭ ਮਿਲੇਗਾ। ਹੁਣ ਲੋਕਾਂ ਦੇ ਵਿੱਚ ਆਸ ਜਾਗੀ ਹੈ, ਅੱਜ ਤੋਂ ਪੈਕੇਜ ਦੀ ਅਨਾਉਂਸਮੈਂਟ ਹੌਲੇ ਕਰਕੇ ਸ਼ੁਰੂ ਹੋਏਗੀ ਔਰ ਉਹਦੇ ਵਿੱਚ ਕਿਹਨੂੰ ਕੀ ਮਿਲਦਾ ਹੈ ਉਹ ਲੋਕਾਂ ਦਾ ਬੜਾ ਇੱਕ ਇੰਤਜ਼ਾਰ ਤੇਰੇ ਹੌਲੇ ਕਰਕੇ ਖਤਮ ਹੋਏਗਾ। ਜੀ ਭਾਸਕਰ ਜੀ, ਜੇ ਅਸੀਂ ਗੱਲ ਕਰੀਏ ਇਸ ਰਕਮ ਦੀ ਜਿਸ ਨੂੰ ਕਿ ਦੇਸ਼ ਦੀ GDP ਦਾ ਤਕਰੀਬਨ 10% ਆਖਿਆ ਜਾ ਰਿਹਾ ਹੈ ਔਰ ਉੱਥੇ ਹੀ ਦੂਜੇ ਪਾਸੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਜਿਹੜਾ ਸੰਕਲਪ ਲਿਆ ਗਿਆ, ਇਸ ਬਾਰੇ ਕੀ ਜਿਹੜਾ ਪੂਰਾ ਮਸਲਾ ਹੈ ਉਹ ਸਮਝਾਓ। ਜਿਸ ਤਰ੍ਹਾਂ ਇਹ ਲੋਕਡਾਊਨ ਸ਼ੁਰੂ ਹੋਇਆ ਸੀ, ਤੁਹਾਨੂੰ ਯਾਦ ਹੋਏਗਾ ਜਦ 22 ਮਾਰਚ ਨੂੰ ਜਨਤਾ ਕਰਫਿਊ ਦੀ ਗੱਲ ਕੀਤੀ ਗਈ ਸੀ ਤੇ ਦੇਸ਼ ਦਾ ਔਰ ਪ੍ਰਧਾਨ ਮੰਤਰੀ ਦਾ ਇੱਕੋ ਹੀ ਨਾਰਾ ਸੀਗਾ, ਜਾਨ ਹੈ ਜਾਂ ਜਹਾਨ ਹੈ। ਜਦ ਲੋਕਡਾਊਨ 2 ਦੀ ਅਨਾਉਂਸਮੈਂਟ ਹੋਈ ਉਹਦੇ ਵਿੱਚ ਇੱਕ ਨਵਾਂ ਨਾਰਾ ਦਿੱਤਾ ਗਿਆ, ਜਾਨ ਵੀ ਹੈ ਤੇ ਜਹਾਨ ਵੀ ਹੈ। ਯਾਨੀ ਉਸ ਗੱਲ ਤੋਂ ਇਹ ਗੱਲ ਸਾਬਿਤ ਸੀ ਕਿ ਭਾਰਤ ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਵੀ ਕਰੇਗਾ। ਔਰ ਆਤਮ ਨਿਰਭਰ ਅਗਰ ਤੁਸੀਂ ਫੂਡ ਦੇ ਖੇਤਰ ਦੇ ਵਿੱਚ ਦੇਖੋਗੇ ਤੇ ਕਦੀ ਇੱਕ ਵਾਰ ਜਦ ਹਰਿਤ ਕ੍ਰਾਂਤੀ ਆਈ ਸੀ ਉਸ ਤੋਂ ਪਹਿਲੇ ਜ਼ਰੂਰ ਅਨਾਜ ਦੀ ਇੱਕ ਪ੍ਰੋਬਲਮ ਜ਼ਰੂਰ ਹੋਈ ਸੀ, ਪਰ ਉਸ ਤੋਂ ਬਾਅਦ ਫੂਡ ਦੇ ਮਾਮਲੇ ਦੇ ਵਿੱਚ ਜਾਂ ਹੋਰ ਕਈ ਮੁੱਦਿਆਂ ਦੇ ਵਿੱਚ ਭਾਰਤ ਹਮੇਸ਼ਾ ਤੋਂ ਆਤਮ ਨਿਰਭਰ ਰਿਹਾ ਔਰ ਆਤਮ ਨਿਰਭਰ ਹੋ ਕੇ ਇਸ ਲੜਾਈ ਨੂੰ ਜਿੱਤਣ ਵਾਸਤੇ ਕੱਲ੍ਹ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਤੇ ਉਹਨਾਂ ਨੂੰ ਮੋਟੀਵੇਟ ਵੀ ਕੀਤਾ। ਤੇ ਇਸ ਤਰੀਕੇ ਨਾਲ ਅਗਰ ਅਸੀਂ ਇਸ ਲੜਾਈ ਨੂੰ ਲੜਾਂਗੇ ਯਾਨੀ ਇੱਕ ਕ੍ਰਾਈਸਿਸ ਨੂੰ ਵੀ ਅਪੋਰਚੁਨਿਟੀ ਦੇ ਤੌਰ ਤੇ ਲਵਾਂਗੇ
ਕਿਉਂਕਿ ਪ੍ਰਧਾਨ ਮੰਤਰੀ ਨੇ 5 ਸਤੰਭਾਂ ਦੀ ਵੀ ਗੱਲ ਕੀਤੀ ਕਿ ਭਾਰਤ 5 ਖੰਭਿਆਂ ਤੇ ਖੜਾ ਹੈ। ਉਹ 5 ਖੰਭੇ ਡੈਮੋਕ੍ਰੇਸੀ ਵਾਲੇ 4 ਖੰਭਿਆਂ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਸਿਸਟਮ ਦੀ ਗੱਲ ਕੀਤੀ, ਉਹਨਾਂ ਨੇ ਇਕਨੋਮੀ ਦੀ ਗੱਲ ਕੀਤੀ, ਉਹਨਾਂ ਨੇ ਡੈਮੋਗ੍ਰਾਫੀ ਦੀ ਗੱਲ ਕੀਤੀ। ਉਹਨਾਂ ਸਾਰੇ ਖੇਤਰ ਦੇ ਵਿੱਚ ਅਸੀਂ ਅਗਰ ਸੰਗਠਿਤ ਤਰੀਕੇ ਨਾਲ ਕੰਮ ਕਰੀਏ, ਕੋਆਪਰੇਸ਼ਨ ਨਾਲ ਕੰਮ ਕਰੀਏ, ਕੋਆਪਰੇਟਿਵ ਤਰੀਕੇ ਨਾਲ ਕੰਮ ਕਰੀਏ, ਐਜ਼ ਅ ਟੀਮ ਵਰਕ ਕੰਮ ਕਰੀਏ, ਤੇ ਅਸੀਂ ਨਾ ਕੇਵਲ ਕਰੋਨਾ ਦੇ ਖਿਲਾਫ ਛੇੜੀ ਹੋਈ ਲੜਾਈ ਨੂੰ ਜਿੱਤ ਸਕਦੇ ਹਾਂ, ਬਲਕਿ ਇਸ ਕਰੋਨਾ ਦੀ ਲੜਾਈ ਦੇ ਵਿੱਚ ਅਪਰਚੁਨਿਟੀ ਦੇ ਰਾਹੀਂ ਉੱਭਰ ਕੇ ਆਪਣੇ ਦੇਸ਼ ਨੂੰ ਆਤਮ ਨਿਰਭਰ ਵੀ ਬਣਾ ਸਕਦੇ ਹਾਂ। ਬਿਲਕੁਲ। ਤੇ ਦੂਸਰੀ ਗੱਲ ਜਿਹੜੀ ਲੋਕਡਾਊਨ ਦੇ ਚੌਥੇ ਦੌਰ ਦੀ ਕੀਤੀ ਗਈ, ਉਸ ਵਿੱਚ ਨਵੇਂ ਨਿਯਮ ਆਣਗੇ, ਨਵੇਂ ਰੰਗ ਰੂਪ ਦਾ ਚੌਥਾ ਦੌਰ ਹੋਏਗਾ। ਕੀ ਸਮਝਦੇ ਹੋ ਲੋਕਾਂ ਵਾਸਤੇ ਕਿੰਨਾ ਕੁ ਸੁਖਾਲਾ ਹੋਏਗਾ? 40-50 ਦਿਨ ਦੇ ਲੋਕਡਾਊਨ ਤੋਂ ਬਾਅਦ ਅੱਜ ਲੋਕਾਂ ਦੀ ਵੀ ਬੱਸ ਤੇ ਹੋ ਗਈ ਹੈ ਜੀ। ਖੈਰ ਸਰਕਾਰਾਂ ਦੀ ਵੀ ਬੱਸ ਹੋ ਗਈ ਹੈ। ਉਹੀ ਕਾਰਨ ਹੈਗਾ ਕਿ ਤੁਸੀਂ ਹਰ ਸੂਬੇ ਦੇ ਵਿੱਚ ਰੋਜ਼ ਗੱਲਾਂ ਹੁੰਦੀ ਹੈ ਕਿ ਵੀ ਠੇਕੇ ਖੁੱਲ੍ਹ ਗਏ, ਅੱਜ ਠੇਕੇ ਬੰਦ ਹੋ ਗਏ, ਹੋਮ ਡਿਲੀਵਰੀ ਹੋਏਗੀ ਸ਼ਰਾਬ ਦੀ। ਉਹ ਇਸ ਕਰਕੇ ਨਹੀਂ ਕਿ ਲੋਕੀ ਸ਼ਰਾਬ ਕਰਕੇ ਪਰੇਸ਼ਾਨ ਹੋ ਗਏ, ਸਰਕਾਰਾਂ ਜ਼ਿਆਦਾ ਪਰੇਸ਼ਾਨ ਹੋ ਗਈ, ਕਾਰਨ ਕਿ ਇਕੋਨਮੀ ਸਰਕਾਰਾਂ ਦੀ ਵੀ ਹਿਲੀ ਪਈ ਹੈ। ਅੱਜ ਸਰਕਾਰ ਕੋਲ ਕੋਈ ਪੈਸੇ ਨਹੀਂ ਹੈਗੇ। ਜੇ ਸ਼ਰਾਬ ਖੋਲ੍ਹ ਕੇ ਜਾਂ ਮਾਰਕੀਟ ਖੋਲ੍ਹ ਕੇ ਜਾਂ ਇਕੋਨਮੀ ਜਾਂ ਇੰਡਸਟਰੀ ਖੋਲ੍ਹ ਕੇ ਸਰਕਾਰਾਂ ਨੂੰ ਵੀ 4 ਪੈਸੇ ਤਾਂ ਹੀ ਆਉਂਦੇ ਆ, ਔਰ ਲੋਕਾਂ ਨੂੰ ਵੀ ਪੈਸੇ ਤਾਂ ਹੀ ਆਉਂਦੇ ਆ ਜਦ ਕੋਈ ਫੈਕਟਰੀ, ਕੋਈ ਪ੍ਰੋਡਕਸ਼ਨ ਸ਼ੁਰੂ ਹੁੰਦਾ ਹੈ, ਉਹਨਾਂ ਨੂੰ ਕੰਮਕਾਜ ਮਿਲਦਾ ਹੈ, ਅਤੇ ਪਟੜੀ 'ਤੇ ਗੱਡੀ ਤਾਂ ਹੀ ਆ ਸਕਦੀ ਹੈ। ਇਸ ਕਰਕੇ ਆਉਣ ਵਾਲੇ ਲੋਕਡਾਊਨ 4 ਦੇ ਵਿੱਚ ਬਹੁਤ ਸਾਰੀ ਸੁਵਿਧਾਵਾਂ, ਕਈ ਚੀਜ਼ਾਂ ਖੁੱਲ੍ਹਣਗੀਆਂ, ਔਰ ਖੁੱਲ੍ਹਣ ਤੋਂ ਬਾਅਦ ਇੱਦਾਂ ਦੇ ਹਾਲਾਤ ਵੀ ਪੈਦਾ ਆਉਣਗੇ ਕਿ ਹੌਲੇ-ਹੌਲੇ ਕਰਕੇ ਅਸੀਂ ਕਰੋਨਾ ਤੋਂ ਲੜਾਈ ਜਿੱਤ ਲਈ ਹੈ। ਕਿਉਂਕਿ ਡਾਕਟਰਾਂ ਦੇ ਵੀ ਬਿਆਨ ਇਹੀ ਆਏ ਨੇ ਕਿ ਕਰੋਨਾ ਨੇ ਵਾਪਸ ਤੇ ਜਾਣਾ ਨਹੀਂ, ਕਰੋਨਾ ਇੱਥੇ ਹੀ ਆ। ਸਾਨੂੰ ਕਰੋਨਾ ਦੇ ਨਾਲ ਰਹਿਣ ਦੀ ਆਦਤ ਪਾਣੀ ਹੈ, ਔਰ ਕਰੋਨੇ ਤੋਂ ਕਿੱਦਾਂ ਬਚਣਾ ਹੈ ਉਹਦੀ ਇੱਕ ਵੇ ਆਫ ਲਾਈਫ ਬਣਾਉਣੀ ਹੈ, ਜੋ ਮੇਰੇ ਖਿਆਲ ਨਾਲ ਪ੍ਰਧਾਨ ਮੰਤਰੀ ਨੇ ਵੀ, ਡਾਕਟਰਾਂ ਨੇ ਵੀ, ਔਰ ਦੂਜੇ ਜਿਹੜੇ ਪਤਵੰਤੇ ਸੱਜਣ ਹੈਗੇ ਆ ਉਹਨਾਂ ਨੇ ਵੀ ਇਹੀ ਸੁਜੈਸ਼ਨ ਲੋਕਾਂ ਨੂੰ ਦਿੱਤਾ। ਔਰ ਲੋਕਡਾਊਨ 4 ਦੇ ਵਿੱਚ ਕਿਸ ਤਰ੍ਹਾਂ ਦੀ ਇਹਤਿਆਤ ਵਰਤਣੀ ਹੈ, ਔਰ ਕਿਸ ਤਰ੍ਹਾਂ ਤੁਸੀਂ ਆਪਣੀ ਦੇਸ਼ ਦੀ, ਸੂਬੇ ਦੀ ਔਰ ਆਪਣੇ ਡਿਸਟ੍ਰਿਕਟ ਦੀ ਇਕੋਨਮੀ ਨੂੰ ਪਟੜੀ ਤੇ ਵਾਪਸ ਕਿੱਦਾਂ ਲੈ ਕੇ ਆਉਣਾ, ਇਹਦੇ ਕੁਝ ਨਵੇਂ ਰੰਗ ਰੂਪ ਦੀ ਗੱਲ ਜਿਹੜੀ ਮੋਦੀ ਜੀ ਨੇ ਕੀਤੀ ਹੈ, ਉਹ ਰੰਗ ਰੂਪ ਇਹੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਵੀ ਇਸ ਕਰੋਨਾ ਵਾਇਰਸ ਨਾਲ ਜਿਹੜੀ ਸਾਡੀ ਲੜਾਈ ਉਹ ਲੰਬੇ ਸਮੇਂ ਤੱਕ ਚੱਲੇਗੀ। ਤੇ ਜੇ ਗੱਲ ਕਰੀਏ ਆંકੜਿਆਂ ਦੀ, ਪੂਰੀ ਦੁਨੀਆ ਭਰ ਵਿੱਚ ਜਿੱਥੇ ਕਰੋਨਾ ਵਾਇਰਸ ਨਾਲ ਪੀੜਿਤ ਲੋਕਾਂ ਦੀ ਗਿਣਤੀ 43,11,000 ਦਾ ਆંકੜਾ ਟੱਪ ਚੁੱਕੀ ਹੈ। ਭਾਰਤ ਦੇਸ਼ ਵਿੱਚ 74,000 ਦਾ ਆંકੜਾ ਟੱਪ ਚੁੱਕੀ ਹੈ। ਤੇ ਉੱਥੇ ਹੀ ਪੰਜਾਬ ਵਿੱਚ 1951 ਜਿਹੜੇ ਕੁੱਲ ਕੇਸ ਅਜੇ ਤੱਕ ਸਾਹਮਣੇ ਆਏ ਨੇ, ਔਰ ਜਿਨ੍ਹਾਂ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਤਾਂ ਤਕਰੀਬਨ 171 ਲੋਕ ਠੀਕ ਵੀ ਹੋ ਗਏ ਨੇ। ਦੇਖੋ, ਇਹ ਕਰੋਨਾ ਦਾ ਇੱਕ ਸਾਈਕਲ ਹੈਗਾ, ਯਾਨੀ ਕਿਹਾ ਜਾਂਦਾ ਹੈ ਕਿ 14 ਦਿਨ ਦਾ ਇੱਕ ਸਰਕਲ ਹੈਗਾ। 14 ਦਿਨ ਦੇ ਵਿੱਚ ਜਾਂ ਤਾਂ ਕਰੋਨਾ ਉਹਦੇ ਕਿਸੇ ਵੀ ਪੇਸ਼ੈਂਟ ਦੇ ਲੰਗਸ ਨੂੰ ਅਫੈਕਟ ਕਰ ਜਾਂਦਾ ਹੈ, ਜਾਂ 14 ਦਿਨ ਤੋਂ ਬਾਅਦ ਉਹ ਕਰੋਨਾ ਦਾ ਵਾਇਰਸ ਉਹਦੀ ਬਾਡੀ 'ਚੋਂ ਨਿਕਲ ਜਾਂਦਾ ਹੈ। ਇੱਦਾਂ ਦੇ ਕਈ ਐਗਜ਼ਾਮਪਲ ਵੀ ਦੇਖੇ ਗਏ ਨੇ, ਔਰ ਇਸ ਨੂੰ ਸਟੱਡੀ ਕਰਨ ਤੋਂ ਬਾਅਦ, ਭਾਵੇਂ ਉਹ ਚਾਈਨਾ ਦੀ ਸਟੱਡੀ ਹੋਏ, ਭਾਵੇਂ ਅਮਰੀਕਾ ਦੀ ਸਟੱਡੀ ਹੋਏ, ਤੇ ਇਹ ਗੱਲ ਜਿਹੜੇ 177 ਮਰੀਜ਼ਾਂ ਦੀ ਤੁਸੀਂ ਗੱਲ ਕਰਦੇ ਹੋ, 25 ਤੇ ਕੱਲ੍ਹ ਸ਼ਰਧਾਲੂ ਵੀ ਠੀਕ ਹੋਏ ਨੇ ਜੀ, ਔਰ ਉਹਨਾਂ ਦੇ ਵਿੱਚ ਉਹ ਸਾਈਕਲ ਪੂਰਾ ਹੋਣ ਤੋਂ ਬਾਅਦ ਉਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ। ਇੱਥੇ ਇੱਕ ਗੱਲ ਨੋਟ ਕਰਨ ਦੀ ਹੈ ਕਿ ਹਜੇ ਕੋਈ ਕਰੋਨਾ ਵਾਇਰਸ ਦੀ ਵੈਕਸੀਨ ਜਾਂ ਕੋਈ ਦਵਾਈ ਜਾਂ ਕੋਈ ਇਲਾਜ ਨਹੀਂ ਬਣਿਆ। ਸਿਰਫ ਤੁਸੀਂ ਉਹਨੂੰ ਆਪਣੇ ਆਪ ਨੂੰ ਕੁਆਰੰਟਾਈਨ ਕਰਕੇ, ਆਈਸੋਲੇਸ਼ਨ ਸੈਂਟਰ ਵਿੱਚ ਪਾ ਕੇ, ਔਰ ਮਾੜੀ ਮੋਟੀ ਜੀ ਮੈਡੀਕੇਸ਼ਨ ਕਰਕੇ, ਜੇ ਤੁਸੀਂ ਆਈਸੋਲੇਸ਼ਨ ਵਿੱਚ ਵੀ ਰਹਿੰਦੇ ਹੋ ਤੇ ਤੁਸੀਂ ਨਾ ਕੇਵਲ ਇਸ ਤੋਂ ਠੀਕ ਹੋ ਸਕਦੇ ਹੋ, ਬਲਕਿ ਇਹਨੂੰ ਅੱਗੇ ਵਧਣ ਤੋਂ ਬਚਾ ਵੀ ਸਕਦੇ ਹੋ। ਜੀ, ਔਰ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਦਾ ਕਰਵ ਦੇਖਣ ਨੂੰ ਮਿਲ ਰਿਹਾ ਸੀ, ਗ੍ਰਾਫ ਦੇਖਣ ਨੂੰ ਮਿਲ ਰਿਹਾ ਸੀ, ਔਰ ਦੇਰੀ ਜ਼ਰੂਰ ਹੋਈ ਹੈ ਮਾਮਲਿਆਂ ਦੀ ਗਿਣਤੀ 74,000 ਦਾ ਆંકੜਾ ਟੱਪਣ ਵਿੱਚ, ਪਰ ਜੇ ਗੱਲ ਕਰੀਏ ਇਸ ਨੂੰ ਇੱਕ ਠੱਲ ਪਾਉਣ ਦੀ, ਉਸ ਵਾਸਤੇ ਕੀ ਜ਼ਿੰਮੇਵਾਰੀਆਂ ਲੋਕਾਂ ਦੀ ਬਣਦੀਆਂ ਨੇ ਤੇ ਕੀ ਸਖਤ ਕਦਮ ਚੁੱਕੇ ਜਾ ਰਹੇ? ਸਰਕਾਰ ਨੇ 40 ਦਿਨ ਦਾ ਜਾਂ 50 ਦਿਨ ਦਾ ਲੋਕਡਾਊਨ ਲਾ ਕੇ ਲੋਕਾਂ ਨੂੰ ਅਵੇਅਰ ਤੇ ਕਰਤਾ। ਤੁਸੀਂ ਇਹ ਦੇਖੋ ਕਿ ਅਗਰ ਇਹ ਲੋਕਡਾਊਨ ਨਾ ਹੁੰਦਾ, ਤੁਸੀਂ ਅੱਜ ਤਕਰੀਬਨ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਮਾਸਕ ਦੇਖ ਰਹੇ ਹੋ, ਸੋਸ਼ਲ ਡਿਸਟੈਂਸਿੰਗ ਨੂੰ ਬੱਚਿਆਂ ਦੇ ਵਿੱਚ ਵੀ ਦੇਖ ਰਹੇ ਹੋ, ਤੇ ਉਸ ਗੱਲ ਨੂੰ ਹੀ ਲੋਕਾਂ ਨੂੰ ਅਵੇਅਰ ਹੋ ਕੇ ਇਹ ਗੱਲ ਕਰ ਰਹੇ ਨੇ। ਯਾਨੀ ਅਗਰ ਇਹ ਲੋਕਡਾਊਨ ਨਾ ਹੁੰਦਾ ਤੇ ਅੱਜ ਇਹ ਸੰਖਿਆ ਜਿਹੜੀ ਤੁਸੀਂ 74,000 ਕਹਿ ਰਹੇ ਹੋ, ਇਹ ਕਈ ਲੱਖਾਂ ਦੇ ਵਿੱਚ ਵੀ ਹੋ ਸਕਦੀ ਸੀ। ਲੋਕਡਾਊਨ ਦੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਵਧੀ ਹੈ। ਕੁਝ ਜਗ੍ਹਾ ਤੋਂ ਉਸ ਸੋਸ਼ਲ ਡਿਸਟੈਂਸਿੰਗ ਨੂੰ ਨਾ ਪਾਲਣ ਕਰਨ ਦੀ ਵੀ ਕੰਪਲੇਂਟ ਆਈ ਹੈ, ਪਰ ਚਲੋ ਇੱਦਾਂ ਦੀ ਕੰਪਲੇਂਟ ਆਉਂਦੀਆਂ ਹੁੰਦੀਆਂ। ਪਰ ਓਵਰਆਲ ਦੇਖੀਏ ਤੇ ਸਾਡੇ ਭਾਰਤ ਜਿਹਦੀ ਜਨਸੰਖਿਆ 130 ਕਰੋੜ ਤੋਂ ਵੀ ਵੱਧ ਹੈ, ਉਹਦੇ ਵਿੱਚ ਇੰਨੇ ਦਿਨਾਂ ਦੇ ਵਿੱਚ ਅਗਰ 70,000 ਦਾ ਆંકੜਾ ਆਇਆ ਤੇ ਚਲੋ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ, ਪਰ ਇਹ ਅੱਗੇ ਨਾ ਫੈਲੇ।
ਸੋਸ਼ਲ ਡਿਸਟੈਂਸਿੰਗ, ਮਾਸਕ ਜਾਂ ਬਾਰ-ਬਾਰ ਸੈਨੀਟਾਈਜ਼ਰ ਤੋਂ ਆਪਣੇ ਹੱਥ ਧੋਣਾ, ਇਹ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੇ ਆਫ ਲਾਈਫ ਦੇ ਤਰੀਕੇ ਨਾਲ ਅਪਣਾਉਣਾ ਹੀ ਪਏਗਾ। ਔਰ ਉਹ ਦਿਨ ਭੁੱਲ ਜਾਓ ਕਿ 1000 ਬੰਦਿਆਂ ਦੀ ਸ਼ਾਦੀਆਂ ਹੁੰਦੀ ਸੀਗੀ, ਗੈਸਟ ਹੁੰਦੇ ਸੀਗੇ, ਪਾਰਟੀਆਂ ਹੁੰਦੀ ਸੀਗੀ, ਅਤੇ ਉਹ ਹਜੇ ਦੌਰ 1-1.5 ਸਾਲ ਤੱਕ ਆਏਗਾ ਜਾਂ ਉਸ ਤੋਂ ਬਾਅਦ ਵੀ ਆਏਗਾ ਜਾਂ ਨਹੀਂ ਆਏਗਾ, ਇਸ ਬਾਰੇ 'ਚ ਅਸੀਂ ਕੁਛ ਨਹੀਂ ਕਹਿ ਸਕਦੇ। ਪਰ ਫਿਲਹਾਲ ਵੇ ਆਫ ਲਾਈਫ, ਨया ਰੰਗ ਰੂਪ ਲੋਕਡਾਊਨ ਦਾ ਔਰ ਲੋਕਾਂ ਦੇ ਜੀਵਨ ਦਾ ਵੱਖਰਾ ਸਟਾਈਲ, ਇਹ ਹੁਣ ਇੱਕ ਜੀਵਨ ਦਾ ਇੱਕ ਅੰਗ ਬਣ ਗਿਆ। ਬਿਲਕੁਲ। ਤੇ ਰੁਕ ਕਰਾਂਗੇ ਪੰਜਾਬ ਸੂਬੇ ਦਾ, ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਕਰ ਤੇ ਆਬਕਾਰੀ ਵਿਭਾਗ ਵਾਪਸ ਲੈ ਕੇ ਇੱਕ ਵੱਡਾ ਝਟਕਾ ਦਿੱਤਾ। ਇਸ ਖਬਰ ਨੂੰ ਕਿਸ ਨਜ਼ਰ ਨਾਲ ਦੇਖ? ਕਰਨ ਅਵਤਾਰ ਸਿੰਘ ਉਹਨਾਂ ਅਦਰਵਾਈਜ਼ ਅਗਰ ਤੁਸੀਂ ਦੇਖੋ ਤੇ ਮੁੱਖ ਸਕੱਤਰ ਬੜੇ ਸੌਫਟ ਜਿਹੇ ਬੰਦੇ ਹੈਗੇ, ਔਰ ਜਦ ਇਹਨਾਂ ਨੂੰ ਮੁੱਖ ਸਕੱਤਰ ਲਾਇਆ ਵੀ ਸੀਗਾ ਤਦ ਵੀ ਲੋਕਾਂ ਦੇ ਵਿੱਚ ਜਾਂ ਖਾਸ ਕਰਕੇ ਪੱਤਰਕਾਰਾਂ ਦੇ ਵਿੱਚ ਆਉਂਦਾ ਸੀਗਾ ਕਿ ਬੜੇ ਹੀ ਗਊ ਕਿਸਮ ਦੇ ਇਨਸਾਨ ਹੈਗੇ ਜੀ। ਪਰ ਉਹ ਗਊ ਕਿਸਮ ਦੇ ਇਨਸਾਨ, ਉਹ ਸੌਫਟ ਨੇਚਰ ਵਾਲੇ ਬੰਦੇ ਦਾ ਮੰਤਰੀਆਂ ਦੇ ਨਾਲ ਝਗੜਾ ਕਰਨਾ, ਔਰ ਉਹਨਾਂ ਜਿਹਦਾ ਮੰਤਰੀ ਕਹਿ ਰਹੇ ਨੇ ਕਿ ਪਰਸੋਂ ਚੌਥ ਜਿਹੜੀ ਕੈਬਨਿਟ ਮੀਟਿੰਗ ਹੋਈ ਸੀ ਉਹਦੇ ਵਿੱਚ ਚੀਫ ਸਕੱਤਰ ਨੇ ਕੁਝ ਬਦਤਮੀਜ਼ੀ ਕੀਤੀ, ਕੁਝ ਮੰਤਰੀਆਂ ਦੇ ਨਾਲ ਗੱਲ ਵੀ ਪਏ, ਔਰ ਮੁੱਦਾ ਸੀਗਾ ਸ਼ਰਾਬ ਦੇ ਉੱਤੇ ਨਵੀਂ ਪਾਲਿਸੀ ਬਣਾ। ਫਿਰ ਇੱਕ ਐਲੀਗੇਸ਼ਨ ਲੱਗਿਆ ਕਿ ਮੰਤਰੀ ਜਿਹੜੇ ਕਰਨ ਅਵਤਾਰ ਨੇ ਚੀਫ ਸੈਕਟਰੀ, ਉਹਨਾਂ ਦੇ ਬੇਟੇ ਦਾ ਵੀ ਸ਼ਰਾਬ ਕਾਰੋਬਾਰ ਦੇ ਵਿੱਚ ਹਿੱਸਾ ਹੈਗਾ, ਔਰ ਇਹ ਐਲੀਗੇਸ਼ਨ ਕਾਂਗਰਸੀ ਮੰਤਰੀਆਂ ਨੇ ਔਰ MLA ਨੇ ਵੀ ਲਾਏ ਨੇ, ਔਰ ਹੁਣ ਤੇ ਆਪੋਜੀਸ਼ਨ ਨੇ ਵੀ ਇਸ ਮੁੱਦੇ ਨੂੰ ਮੁੱਦਾ ਬਣਾ ਲਿਆ। ਤੇ ਆਉਣ ਵਾਲੇ ਟਾਈਮ ਵਿੱਚ ਕਰਨ ਅਵਤਾਰ ਉਹਨਾਂ ਮੁੱਖ ਸਕੱਤਰ ਰਹਿਣਗੇ ਜਾਂ ਨਹੀਂ ਰਹਿਣਗੇ, ਇਹ ਤਾਂ ਚਲੋ ਬਾਅਦ 'ਚੋਂ ਪਤਾ ਲੱਗੇਗਾ। ਪਰ ਫਿਲਹਾਲ ਉਹਨਾਂ ਨੂੰ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਉਹਨਾਂ ਤੋਂ ਲੈ ਕੇ ਵੇਣੂ ਪ੍ਰਸਾਦ ਜੀ ਨੂੰ ਦੇ ਦਿੱਤਾ ਗਿਆ। ਮੰਤਰੀਆਂ ਨੇ ਤਾਂ ਇੱਥੇ ਤੱਕ ਸਟੈਂਡ ਲੈ ਲਿਆ ਕਿ ਜਿਸ ਮੀਟਿੰਗ ਦੇ ਵਿੱਚ ਕਰਨ ਅਵਤਾਰ ਉਹਨਾਂ ਹੋਣਗੇ ਉਸ ਮੀਟਿੰਗ ਨੂੰ ਉਹ ਅਟੈਂਡ ਨਹੀਂ ਕਰਨਗੇ। ਹੁਣ 3 ਮਹੀਨੇ ਉਹਨਾਂ ਦੀ ਰਿਟਾਇਰਮੈਂਟ ਨੂੰ ਰਹਿ ਗਏ ਨੇ, ਪਰ ਉਸ ਤੋਂ ਪਹਿਲੇ ਉਹਨਾਂ ਦਾ ਜਾਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਜੀ। ਤੇ ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਬਕਾਰੀ ਨੀਤੀ ਨੂੰ ਲੈ ਕੇ ਇੱਕ ਨਵਾਂ ਬਿਆਨ ਜਾਰੀ ਕੀਤਾ ਹੈ, ਜਿਸ ਨੇ ਸਿਆਸਤ ਭਖਾ ਦਿੱਤੀ ਹੈ। ਉਹਨਾਂ ਦੇ ਬਿਆਨ ਮੁਤਾਬਕ ਕਾਰਪੋਰੇਸ਼ਨ ਨਾ ਬਣਾਉਣ ਕਰਕੇ ਪੰਜਾਬ ਸੂਬੇ ਨੂੰ ਸ਼ਰਾਬ ਦੀ ਵਿਕਰੀ ਤੋਂ ਅਰਬਾਂ ਦਾ ਘਾਟਾ ਪਿਆ। ਕੀ ਕਹਿਣਾ ਸਿੱਧੂ ਉਹਨਾਂ ਨੇ ਜਦੋਂ ਤੋਂ ਆਪਣਾ ਇਹ ਨਵਾਂ ਸੋਸ਼ਲ ਮੀਡੀਆ ਦੇ ਵਿੱਚ ਜਿੱਤੇਗਾ ਪੰਜਾਬ ਇੱਕ YouTube ਚੈਨਲ ਬਣਾਇਆ, ਉਸ ਤੋਂ ਬਾਅਦ ਹੁਣ ਇੱਕ TikTok ਤੇ ਵੀ ਉਹ ਆ ਰਹੇ ਨੇ, ਉਸ ਤੋਂ ਬਾਅਦ ਉਹਨਾਂ ਦੀ ਬੜੀ ਕੋਸ਼ਿਸ਼ ਹੈਗੀ ਹੈ ਕਿ ਕਿਸੇ ਵੀ ਤਰੀਕੇ ਨਾਲ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਆਈਏ ਜੀ। ਔਰ ਜਿਸ ਮੁੱਦੇ ਨਾਲ ਜਾਂ ਜਿਸ ਟੀਚੇ ਨਾਲ ਉਹਨਾਂ ਨੇ ਇਹ YouTube ਚੈਨਲ ਜਾਂ ਫਿਰ TikTok ਦਾ ਆਪਣਾ ਇੱਕ ਚੈਨਲ ਡਿਵੈਲਪ ਕੀਤਾ ਹੈ, ਉਹਦੇ ਰਾਹੀਂ ਦੁਬਾਰਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿੱਦਾਂ ਸਰਗਰਮ ਹੋਣਾ ਹੈ, ਉਹਦੀ ਵੇਟ ਕਰਦੇ ਸੀਗੇ। ਹੁਣ ਉਹਨਾਂ ਨੇ ਕੱਲ੍ਹ ਇੱਕ ਬੜੇ ਦਿਨਾਂ ਬਾਅਦ ਤੀਰ ਛੱਡਿਆ, ਪਰ ਉਹ ਤੀਰ ਛੱਡਿਆ ਠੀਕ ਹੈ, ਕਿਉਂਕਿ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ ਦਾ ਉਹਨਾਂ ਨੇ ਜਦੋਂ ਉਹ ਮੰਤਰੀ ਸੀਗੇ ਤਦ ਵੀ ਇੱਕ ਸੁਜੈਸ਼ਨ ਦਿੱਤਾ ਸੀਗਾ, ਔਰ ਇਹਦੀ ਜਿਹੜੇ ਕੰਪੈਰੀਜ਼ਨ ਹੋ ਰਿਹਾ ਸੀਗਾ ਤਮਿਲਨਾਡੂ ਨਾਲ ਹੋ ਰਿਹਾ ਸੀਗਾ ਕਿ ਤਮਿਲਨਾਡੂ ਵਰਗੇ ਸੂਬੇ ਦੇ ਵਿੱਚ ਅਗਰ 25,000 ਕਰੋੜ ਰੁਪਏ ਦੀ ਕਮਾਈ ਸ਼ਰਾਬ ਦੇ ਠੇਕਿਆਂ ਤੋਂ ਹੋ ਸਕਦੀ ਹੈ ਕਾਰਪੋਰੇਸ਼ਨ ਬਣਾ ਕੇ, ਔਰ ਪੰਜਾਬ ਜਿਹਦੇ ਵਿੱਚ ਸ਼ਰਾਬ ਦੀ ਕੰਜ਼ੰਪਸ਼ਨ ਸਭ ਤੋਂ ਜ਼ਿਆਦਾ ਹੈ, ਉਹਦੇ ਵਿੱਚ ਅਸੀਂ ਅਗਰ 5 ਜਾਂ 6,000 ਕਰੋੜ ਰੁਪਏ ਹੀ ਐਕਸਾਈਜ਼ ਡਿਊਟੀ ਲੈਂਦੇ ਹਾਂ, ਤੇ ਮੈਨੂੰ ਇਹ ਲੱਗਦਾ ਹੈ ਕਿ ਫਾਇਦੇ ਦਾ ਸੌਦਾ ਤਾਂ ਇਹੀ ਸੀਗਾ ਕਿ ਜੇ ਕੋਈ ਕਾਰਪੋਰੇਸ਼ਨ ਬਣਾਈ ਹੁੰਦੀ, ਔਰ ਅਗਰ ਕਾਰਪੋਰੇਸ਼ਨ ਬਣਾਈ ਹੁੰਦੀ ਤੇ ਇਹ ਜਿਹੜੇ ਕਰਨ ਅਵਤਾਰ ਉਹਨਾਂ ਦੇ ਮੁੱਦੇ ਹੈਗੇ ਹੈ ਜਾਂ ਸਰਕਾਰ ਦਾ ਇਸ ਮੁੱਦੇ ਤੇ ਡਿਸਾਈਡ ਨਾ ਕਰ ਪਾਣਾ, ਹੋਮ ਡਿਲੀਵਰੀ ਹੋਏਗੀ, ਕਿੱਦਾਂ ਠੇਕੇ ਖੁੱਲਣਗੇ ਕਿ ਨਹੀਂ ਖੁੱਲਣਗੇ, ਠੇਕੇਦਾਰਾਂ ਦਾ ਸਰਕਾਰ ਦੇ ਕੋਲ ਆਪਣੀ ਮੰਗ ਰੱਖਣਾ ਕਿ ਅਸੀਂ ਠੇਕੇ ਨਹੀਂ ਖੋਲ੍ਹਣੇ, ਪਹਿਲੇ ਸਾਨੂੰ ਕੰਸੈਸ਼ਨ ਦਿਓ, ਇਹ ਸਾਰੇ ਮੁੱਦੇ ਨਹੀਂ ਹੁੰਦੇ। ਪਰ ਇਹ ਗੱਲ ਤੇ ਉਹਨਾਂ ਨੇ ਬੜੀ ਸਿਆਣੀ ਕੀਤੀ ਹੈ ਕਿ ਜੇ ਕਾਰਪੋਰੇਸ਼ਨ ਬਣੀ ਹੁੰਦੀ ਤੇ ਅੱਜ ਸ਼ਰਾਬ ਦੇ ਕਾਰੋਬਾਰ ਦਾ ਫਾਇਦਾ ਪੰਜਾਬ ਸਰਕਾਰ ਨੂੰ ਹੋ ਸਕਦਾ ਸੀ। ਬਿਲਕੁਲ। ਅੱਗੇ ਵਧਾਂਗੇ, ਗੱਲਬਾਤ ਕਰਾਂਗੇ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਿੱਥੇ ਪੂਰੇ ਦੇਸ਼ ਭਰ ਵਿੱਚ ਉੱਥੇ ਹੀ ਪੰਜਾਬ ਸੂਬੇ ਵਿੱਚ ਵੀ ਕਰਫਿਊ ਲਾਇਆ ਗਿਆ, ਔਰ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਇਸ ਕਰਫਿਊ ਵਿੱਚ ਲੋਕਾਂ ਦੀ ਸਹੂਲਤ ਵਾਸਤੇ ਢਿੱਲ ਦਿੱਤੀ ਜਾਂਦੀ ਹੈ। ਪਰ ਜੇ ਗੱਲ ਕਰੀਏ ਜਲੰਧਰ ਸ਼ਹਿਰ ਦੀ, ਕੱਲ ਯਾਨੀ ਕਿ ਮੰਗਲਵਾਰ ਨੂੰ ਜਲੰਧਰ ਸ਼ਹਿਰ ਵਿੱਚ ਢਿੱਲ ਵਿੱਚ ਲੋਕਾਂ ਨੇ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਦੀ ਧੱਜੀਆਂ ਉਡਾਈਆਂ। ਬਾਜ਼ਾਰਾਂ ਵਿੱਚ ਭੀੜ ਦੇਖਣ ਨੂੰ ਮਿਲੀ ਹੈ ਤੇ ਉੱਥੇ ਹੀ ਸੜਕਾਂ ਤੇ ਜਿਹੜਾ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ। ਕੀ ਕਹਿਣਾ ਚਾਹੋਗੇ? ਸਰਕਾਰਾਂ ਵਾਸਤੇ ਵੀ ਲੋਕਾਂ ਵਾਸਤੇ ਵੀ ਇੱਕ ਵੱਡਾ ਚੈਲੰਜ ਹੈਗਾ ਹੈ ਕਿ ਅਗਰ ਇਹ ਲੋਕਡਾਊਨ ਖੋਲ੍ਹਿਆ ਵੀ ਜਾਂਦਾ, ਕਿਉਂਕਿ ਖੁੱਲ੍ਹਣਾ ਤਾਂ ਹੈ ਹੀ ਹੈ ਜੀ, ਅੱਜ ਨਹੀਂ ਖੁੱਲ੍ਹੇਗਾ 15 ਦਿਨ ਬਾਅਦ ਖੁੱਲ੍ਹ ਜਾਏਗਾ, ਪਰ ਅਲਟੀਮੇਟਲੀ ਤੇ ਤੁਹਾਨੂੰ ਲੋਕਡਾਊਨ ਖੋਲ੍ਹਣਾ ਹੀ ਪਏਗਾ। ਔਰ ਲੋਕਡਾਊਨ ਖੋਲ੍ਹਣ ਤੋਂ ਬਾਅਦ ਸਭ ਤੋਂ ਵੱਡਾ ਚੈਲੰਜ ਹੈ ਕਿ ਕਰੋਨਾ ਨੂੰ ਫੈਲਣ ਤੋਂ ਕਿੱਦਾਂ ਰੋਕੀਏ। ਉਹ ਸਰਕਾਰਾਂ ਵਾਸਤੇ ਵੀ ਚੈਲੰਜ ਹੈਗਾ ਤੇ ਲੋਕਾਂ ਵਾਸਤੇ ਵੀ ਹੈਗਾ। ਇਸ 40 ਦਿਨ ਦੇ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਇਸ ਗੱਲ ਤੋਂ ਅਵੇਅਰ
ਕਰਾ ਦਿੱਤਾ ਗਿਆ ਕਿ ਤੁਸੀਂ ਬਚਣਾ ਕਿੱਦਾਂ ਹੈ ਔਰ ਅਗਰ ਇਹ ਚੀਜ਼ ਨਹੀਂ ਕਰੋਗੇ ਤਾਂ ਕਰੋਨਾ ਕਿੱਦਾਂ ਫੈਲ ਸਕਦਾ ਹੈ, ਇਸ ਗੱਲ ਦਾ ਵੀ ਅੰਦਾਜ਼ਾ ਲੋਕਾਂ ਨੂੰ ਹੋ ਗਿਆ ਹੈ। ਪਰ ਜਦੋਂ ਵੀ ਲੋਕਡਾਊਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਖਾਸ ਕਰਕੇ ਜਲੰਧਰ ਜਿਹਦੇ ਵਿੱਚ 197 ਕੇਸ ਅੱਜ ਤੱਕ ਹੋ ਗਏ ਨੇ ਔਰ ਇਹ ਰੈੱਡ ਜ਼ੋਨ ਦੇ ਵਿੱਚ ਆਉਂਦਾ ਹੈ, ਕੰਟੇਨਮੈਂਟ ਏਰੀਆ ਵੀ 100 ਤੋਂ ਵੱਧ ਕੰਟੇਨਮੈਂਟ ਏਰੀਆ ਹੈਗੇ ਹੈ। ਇਹਦੇ ਵਿੱਚ ਕੱਲ ਜਿੱਦਾਂ ਪੱਖੇ ਦੀ ਦੁਕਾਨ ਖੋਲ੍ਹਣ ਦੇ ਆਰਡਰ ਹੋਏ ਕਿ ਪੱਖੇ ਕੂਲਰ ਦੀ, ਤੇ ਪਤਾ ਲੱਗਿਆ ਕਿ ਵੀ ਕਿਸੇ ਦਾ ਰੈਸਟੋਰੈਂਟ ਵੀ ਸੀਗਾ, ਕਿਸੇ ਦਾ ਕੋਈ ਹੋਰ ਕੰਮ ਵੀ ਸੀਗਾ, ਉਹਨਾਂ ਨੇ ਵੀ 4 ਪੱਖੇ ਬਾਹਰ ਲਟਕਾਏ ਤੇ ਆਪਣੀ ਦੁਕਾਨ ਖੋਲ੍ਹਤੀ ਕਿ ਵੀ ਅਸੀਂ ਵੀ ਪੱਖੇ ਵੇਚਦੇ ਹਾਂ ਜੀ। ਇੱਦਾਂ ਦੇ ਹਾਲਾਤ ਵਿੱਚ ਜਿੱਦਾਂ ਕਹੀਏ ਕਿ ਅਸੀਂ ਬੱਚੇ ਨੂੰ ਪੁੱਛਦੇ ਹੁੰਦੇ ਹਾਂ ਕਿ ਬੇਟਾ ਅਗਰ ਤੁਮ ਪੜ੍ਹ ਨਹੀਂ ਰਹੇ ਤਾਂ ਕਿਹਨੂੰ ਧੋਖਾ ਦੇ ਰਹੇ ਹੋ, ਆਪਣੇ ਆਪ ਨੂੰ ਧੋਖਾ ਦੇ ਰਹੇ ਹੋ। ਤੇ ਇਹੀ ਦੁਕਾਨਦਾਰਾਂ ਤੋਂ ਵੀ ਸਾਡੀ ਗੁਜ਼ਾਰਿਸ਼ ਹੈਗੀ ਹੈ, ਇੱਦਾਂ ਦੀ ਹਰਕਤਾਂ ਕਰਕੇ ਤੁਸੀਂ ਨਾ ਕੇਵਲ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਬਲਕਿ ਆਪਣੀ ਜਾਨ ਨੂੰ ਵੀ ਖਤਰੇ 'ਚ ਪਾ ਰਹੇ ਹੋ। ਅਗਰ ਸਰਕਾਰ ਨੇ ਕੋਈ ਨਿਯਮ ਕਾਨੂੰਨ ਬਣਾਏ ਨੇ ਕਿਹੜੀ ਦੁਕਾਨ ਖੁੱਲ੍ਹ ਸਕਦੀ ਹੈ ਕਿਹੜੀ ਨਹੀਂ ਖੁੱਲ੍ਹ ਸਕਦੀ, ਉਹ ਤੁਹਾਨੂੰ ਸਹੂਲੀਅਤ ਦੇਣ ਵਾਸਤੇ ਬਣਾਏ ਨੇ। ਉਸ ਸਹੂਲੀਅਤ ਦਾ ਫਾਇਦਾ ਤੁਸੀਂ ਕਰੋਨਾ ਫੈਲਾਉਣ ਦੇ ਵਿੱਚ ਪਾਓ। ਔਰ ਜਿੱਦਾਂ ਕੱਲ੍ਹ ਫਗਵਾੜਾ ਗੇਟ ਦੇਖਿਆ ਗਿਆ, ਤਕਰੀਬਨ ਸਾਰੀ ਮਾਰਕੀਟ ਦੇ ਵਿੱਚ ਆਮ ਦਿਨਾਂ ਤੋਂ ਵੀ ਜ਼ਿਆਦਾ ਭੀੜ ਹੋ ਗਈ ਸੀਗੀ, ਜੋ ਇੱਕ ਚਿੰਤਾ ਦਾ ਵਿਸ਼ਾ ਸੀ। ਪ੍ਰਸ਼ਾਸਨ ਨੂੰ ਇੰਟਰਵੀਨ ਕਰਨਾ ਪਿਆ ਔਰ ਛੇਤੀ ਤੋਂ ਛੇਤੀ ਉਹਨਾਂ ਮਾਰਕੀਟਾਂ ਜਾਂ ਉਹਨਾਂ ਭੀੜ ਭੜੱਕੇ ਨੂੰ ਖਤਮ ਕਰਨਾ ਪਿਆ। ਲੋਕਡਾਊਨ ਤੇ ਅੱਗੇ ਆਉਣ ਵਾਲੇ ਟਾਈਮ ਵਿੱਚ ਖੁੱਲ੍ਹਣ ਵਾਲਾ ਹੈ, ਲੋਕਾਂ ਨੂੰ ਉਸ ਲੋਕਡਾਊਨ ਦੇ ਵਿੱਚ ਕਿੱਦਾਂ ਬਿਹੇਵ ਕਰਨਾ ਹੈ ਉਹ ਹੁਣ ਸਿੱਖਣ ਦੀ ਲੋੜ ਹੈ। ਉੱਥੇ ਹੀ ਜਲੰਧਰ ਵਿੱਚ ਜੇ ਗੱਲ ਕਰੀਏ ਕਰੋਨਾ ਵਾਇਰਸ ਦੇ ਕੇਸਾਂ ਦੀ, ਜਿੱਥੇ ਇੱਕ 5 ਮਹੀਨੇ ਦੇ ਬੱਚੇ ਸਮੇਤ 9 ਹੋਰ ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਭਾਸਕਰ ਜੀ, ਅਜਿਹੀ ਜਦੋਂ ਗਿਣਤੀ ਵੱਧ ਰਹੀ ਹੈ, ਮਾਮਲੇ ਵੱਧ ਰਹੇ, ਫਿਰ ਵੀ ਲੋਕਾਂ ਵੱਲੋਂ ਅਜਿਹੀ ਲਾਪਰਵਾਹੀ, ਕਾਰਨ ਕੀ? ਤੁਸੀਂ ਇਹ ਗੱਲ ਦੇਖੋ ਕਿ 5 ਮਹੀਨੇ ਦੇ ਬੱਚੇ ਨੂੰ ਕਰੋਨਾ ਪੋਜ਼ਿਟਿਵ ਆਇਆ ਜੀ। ਹੁਣ ਬੱਚੇ ਦੀ ਟੇਕ ਕੇਅਰ ਜਾਂ ਉਹਦੀ ਮਾਂ ਨੇ ਕਰਨੀ ਹੈ ਜਾਂ ਰਿਸ਼ਤੇਦਾਰਾਂ ਨੇ ਕਰਨੀ ਹੈ। ਅਗਰ ਮਾਂ ਵੀ ਕਰੋਨਾ ਪੀੜਿਤ ਹੈਗੀ ਹੈ ਤੇ ਆਫ ਕੋਰਸ ਮਾਂ ਬੱਚੇ ਦੀ ਟੇਕ ਕੇਅਰ ਨਹੀਂ ਕਰ ਸਕਦੀ। ਉਹਦੇ ਨਾਲ 9 ਲੋਕਾਂ ਨੂੰ ਕਰੋਨਾ ਪੋਜ਼ਿਟਿਵ ਹੋਇਆ। ਹੁਣ ਇਹਦੇ ਵਿੱਚ ਅਵੇਅਰਨੈਸ ਦਾ ਘਾਟਾ ਲੱਗਦਾ ਹੈਗਾ, ਕਿਉਂਕਿ ਹੁਣ PPE ਕਿਟ ਜਾਂ ਉੱਥੇ ਹਸਪੀਟਲ ਦੇ ਵਿੱਚ ਨਰਸ ਦਾ ਉਸ ਬੱਚੇ ਨੂੰ ਸੰਭਾਲਣਾ, ਇਹ ਕਿਸੇ ਨਾ ਕਿਸੇ ਜਗ੍ਹਾ 'ਤੇ ਚੂਕ ਹੋਈ ਹੈ, ਜਿਹਦੇ ਕਰਕੇ 9 ਲੋਕਾਂ ਨੂੰ ਉਹ ਕਰੋਨਾ ਉਸ ਬੱਚੇ ਦੇ ਰਾਹੀਂ ਫੈਲਿਆ। ਪਰ ਇਹ ਹਾਲਾਤ ਇੱਦਾਂ ਦੇ ਪੈਦਾ ਹੋ ਗਏ ਹੈ ਕਿ 5 ਮਹੀਨੇ ਵਾਲੇ ਬੱਚੇ ਨੂੰ ਵੀ ਕਰੋਨਾ ਹੋਣ ਤੋਂ ਬਾਅਦ ਨਾ ਕੇਵਲ ਮਾਂ ਨੂੰ ਦੁਖੀ ਹੋਣਾ ਪੈਂਦਾ ਬਲਕਿ ਉਸ ਬੱਚੇ ਨੂੰ ਵੀ ਖੁਦ ਸੰਭਾਲਣ ਵਾਲਾ ਕੋਈ ਨਹੀਂ ਰਹਿੰਦਾ। ਤੇ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਗੱਲ ਆਉਣ ਤੋਂ ਬਾਅਦ ਇਹ ਲੱਗਦਾ ਹੈ ਕਿ ਹੁਣ ਸਮਾਜ ਨੂੰ ਹੋਇਆ ਕੀ ਹੈ ਜੀ। ਔਰ ਸਮਾਜ ਜਦ ਆਪਣੇ ਹੀ ਘਰ ਵਾਲਿਆਂ ਦੀ ਅਰਥੀ ਨੂੰ ਵੀ ਸਵੀਕਾਰ ਕਰਨ ਤੋਂ ਮਨਾ ਕਰ ਦਿੰਦਾ ਤੇ ਮਾਨਵਤਾ ਦੇ ਉੱਤੇ ਇੱਕ ਬੜੀ ਵੱਡੀ ਇੱਕ ਕਹੀਏ ਕਿ ਵੀ ਝਟਕਾ ਹੈਗਾ ਹੈ ਕਿ ਹੁਣ ਆਪਾਂ ਜਾ ਕਿਸ ਪਾਸੇ ਰਹੇ ਹਾਂ। ਬਿਲਕੁਲ। ਔਰ ਇਸੇ ਦੌਰਾਨ ਚੰਗੀ ਖਬਰ ਇਹ ਵੀ ਹੈ ਕਿ ਪੰਜਾਬ ਸੂਬੇ ਵਿੱਚ ਪਿਛਲੇ 12 ਦਿਨਾਂ ਵਿੱਚ ਤਕਰੀਬਨ 116 ਕਰੋਨਾ ਵਾਇਰਸ ਦੇ ਮਰੀਜ਼ ਠੀਕ ਵੀ ਹੋਏ ਨੇ। ਅੱਗੇ ਵਧਾਂਗੇ ਭਾਸਕਰ ਜੀ, ਗੱਲ ਕਰਾਂਗੇ ਕਿ ਪਿਛਲੇ 50 ਦਿਨਾਂ ਤੋਂ ਪੂਰੇ ਦੇਸ਼ ਵਿੱਚ ਜਿਹੜਾ ਰੇਲ ਗੱਡੀ ਦੇ ਉੱਤੇ ਪਾਬੰਦੀ ਲੱਗੀ ਹੋਈ ਸੀ, ਉਹ 50 ਦਿਨਾਂ ਬਾਅਦ ਹੁਣ ਉਹ ਪਟਰੀ ਤੇ ਦੌੜਨ ਲੱਗੀ ਹੈ। ਇਸ ਨੂੰ ਇੱਕ ਉਮੀਦ ਦੀ ਰੇਲ ਵੀ ਕਿਹਾ ਜਾ ਰਿਹਾ। ਬਿਲਕੁਲ। ਔਰ ਜਿਸ ਤਰੀਕੇ ਨਾਲ ਰੇਲ ਗੱਡੀ ਦੇ ਵਿੱਚ ਭਾਵੇਂ ਕਿਰਾਇਆ ਜ਼ਿਆਦਾ ਹੋਏ ਪਰ ਉਹਦਾ ਖੁੱਲ੍ਹਣਾ ਉਹ ਆਪਣੇ ਆਪ ਵਿੱਚ ਆਉਣ ਵਾਲਾ ਟਾਈਮ ਚੰਗਾ ਹੋਏਗਾ, ਉਸ ਗੱਲ ਦਾ ਇੰਡੀਕੇਸ਼ਨ ਹੈ ਜੀ। ਸੋ ਇਹ ਸਾਂਝ ਦੀ ਅੱਜ ਦੀਆਂ ਕੁਝ ਖਾਸ ਖਬਰਾਂ। ਭਾਸਕਰ ਜੀ ਸਾਡੇ ਨਾਲ ਜੁੜਨ ਔਰ ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦੀ ਅਸੀਂ ਆਪਣੇ ਦਰਸ਼ਕਾਂ ਦਾ ਵੀ। ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਜੀ। ਆਗਿਆ ਦਿਓ, ਨਮਸਕਾਰ।